ਪਿਆਰੇ ਵਿਦਿਆਰਥੀਓ, ਜਿਵੇਂ ਕਿ ਤੁਸੀਂ ਜਾਣਦੇ ਹੋ, ਮੈਂ ਤੁਹਾਨੂੰ ਪਿਛਲੇ ਕਾਫੀ ਦਿਨਾਂ ਤੋਂ ਅਭਿਆਸ ਨੰਬਰ 8 ਤੇ ਸਵਾਲ ਪਾ ਰਹੇ ਹਾਂ ਪਰਿਮਾਪ ਦੇ, ਜਿਸ ਵਿੱਚ ਅਸੀਂ ਘੇਰੇ ਅਤੇ ਖੇਤਰਫਲ ਦੀ ਗੱਲ ਕਰ ਰਹੇ ਹਾਂ। ਬੱਚੋ, ਜਿਵੇਂ ਕਿ ਅਸੀਂ ਘੇਰਾ ਕਹਿੰਦੇ ਹਾਂ ਅਤੇ ਖੇਤਰਫਲ ਦੋ ਤਰ੍ਹਾਂ ਦੇ ਮੈਂ ਤੁਹਾਨੂੰ ਹੁਣ ਤੱਕ ਸਵਾਲ ਉਹਦੇ ਵਿੱਚ ਕਰਵਾਏ ਨੇ। ਜਿਵੇਂ ਕਿ ਅਸੀਂ ਚੌਥੀ ਜਮਾਤ ਦੇ ਵਿੱਚ ਵੀ ਪੜ੍ਹਿਆ ਸੀ, ਘੇਰਾ ਕੀ ਹੁੰਦਾ ਹੈ। ਘੇਰਾ ਜਿਹੜੀਆਂ ਕੋਈ ਵੀ ਬੰਦ ਆਕ੍ਰਿਤੀ ਹੈ ਜਿਸ ਦੀਆਂ ਚਾਰ ਭੁਜਾਵਾਂ ਨੇ, ਅਸੀਂ ਚਾਰ ਭੁਜਾਵਾਂ ਲੈ ਲੈਂਦੇ ਹਾਂ। ਦੇਖੋ, ਇਸ ਚਾਰੇ ਭੁਜਾਵਾਂ ਦਾ ਜੋੜ ਨੂੰ ਅਸੀਂ ਉਸ ਦਾ ਘੇਰਾ ਕਹਿੰਦੇ ਹਾਂ। ਭਾਵੇਂ ਕਿ ਜਿਵੇਂ ਕਿ ਤੁਹਾਡੇ ਸਾਹਮਣੇ ਇੱਕ ਵਰਗ ਬਣ ਗਿਆ। ਜੇਕਰ ਮੈਂ ਕਹਾਂ ਵੀ ਵਰਗ ਦੀਆਂ, ਤੁਸੀਂ ਜਾਣਦੇ ਕਿ ਸਾਰੀਆਂ ਭੁਜਾਵਾਂ ਬਰਾਬਰ ਹੁੰਦੀਆਂ ਨੇ। ਜੇ ਮੰਨ ਲਓ ਵੀ ਮੈਂ ਇਹ ਕਹਿੰਦਾ ਹੈ ਕਿ ਇਹ 4 ਸੈਂਟੀਮੀਟਰ ਹੈ, ਦੈਨ ਇਹ ਵੀ 4 ਸੈਂਟੀਮੀਟਰ ਹੋਏਗੀ, ਅਤੇ ਇਹ ਵੀ 4 ਸੈਂਟੀਮੀਟਰ ਹੋਏਗੀ, ਅਤੇ ਇਹ ਵੀ 4 ਸੈਂਟੀਮੀਟਰ ਹੋਏਗੀ, ਕਿਉਂਕਿ ਵਰਗ ਦੀਆਂ ਸਾਰੀਆਂ ਭੁਜਾਵਾਂ ਬਰਾਬਰ ਹੁੰਦੀਆਂ ਨੇ। ਇਹ ਤੁਸੀਂ ਬੜੀ ਚੰਗੀ ਤਰ੍ਹਾਂ ਪੜ੍ਹਿਆ ਹੈ। ਹੁਣ ਇਸ ਦੇ ਵਿੱਚ ਅਸੀਂ ਘੇਰੇ ਦੀ ਗੱਲ ਕਰਦੇ ਹੋਏ ਕਹਾਂਗੇ ਕਿ ਕਿਸ ਦਾ ਘੇਰਾ ਹੈ। ਘੇਰਾ ਭਾਵ ਸਾਰੀਆਂ ਭੁਜਾਵਾਂ ਦਾ ਜੋੜ। ਹੁਣ ਧਿਆਨ ਨਾਲ ਬੱਚਿਓ ਦੇਖੋਗੇ ਕਿ ਇਸ ਦੇ ਵਿੱਚ ਕੀ ਹੈ। ਆਪਾਂ 4 ਜਮਾ ਆਹ ਵਾਲਾ 4 ਜਮਾ ਆਹ ਵਾਲਾ 4 ਅਤੇ ਜਮਾ ਇਸ ਵਾਲਾ 4, ਮਤਲਬ ਚਾਰੇ ਭੁਜਾਵਾਂ 4-4 ਹੀ ਹੋਣਗੀਆਂ। ਅਤੇ ਅਸੀਂ ਇਹਨਾਂ ਦਾ ਜੋੜ ਕੀਤਾ, 4-4 8, 4 12, 4 16, ਇਹ ਆ ਗਿਆ 16। ਇਹਦਾ ਜਵਾਬ ਆ ਗਿਆ। ਹੁਣ ਵਿਦਿਆਰਥੀਓ, ਜੇਕਰ ਇਸ ਨੂੰ ਅਸੀਂ ਵਰਗ ਦੇ ਹਿਸਾਬ ਨਾਲ ਦੇਖੀਏ ਤਾਂ ਵਰਗ ਦਾ ਫਾਰਮੂਲਾ ਬਣ ਜਾਂਦਾ ਹੈ ਵਰਗ ਦਾ ਘੇਰਾ ਬਰਾਬਰ ਹੁੰਦਾ ਹੈ 4 ਗੁਣਾ ਭੁਜਾ। ਭਾਵ ਕਿ ਅਸੀਂ ਲਿਖਿਆ ਹੈ ਇਸ ਦੀ ਭੁਜਾ ਹੈ 4 ਅਤੇ ਇਸ ਨੂੰ 4 ਨਾਲ ਗੁਣਾ ਕੀਤੀ, 4 ਚੁੱਕੇ 16। ਇਸ ਦਾ ਜਵਾਬ ਆ ਗਿਆ। ਮਤਲਬ ਕਿ ਅਸੀਂ ਇਸ ਫਾਰਮੂਲੇ ਰਾਹੀਂ ਇਸ ਨੂੰ ਹੱਲ ਕਰ ਸਕਦੇ ਹਾਂ। ਹੁਣ ਬੱਚੋ, ਜੇਕਰ ਇਹ ਆਕ੍ਰਿਤੀ ਦੂਸਰੀ ਟਾਈਪ ਦੀ ਬਣ ਜਾਵੇ, ਜਿਸ ਨੂੰ ਕੀ ਕਹਿੰਦੇ ਅਸੀਂ, ਵੈਰੀ ਗੁੱਡ, ਆਇਤਾਕਾਰ। ਆਇਤਾਕਾਰ ਦੇ ਵਿੱਚ ਆਮੋ ਸਾਹਮਣੀਆਂ ਭੁਜਾਵਾਂ ਬਰਾਬਰ ਹੁੰਦੀਆਂ ਨੇ। ਭਾਵ ਕਿ ਜੇਕਰ ਮੈਂ ਇਹਨੂੰ 7 ਮੰਨ ਲੈਣਾ ਹੈ ਅਤੇ ਇਸ ਦਾ ਮਤਲਬ ਇਹਦੀ ਸਾਹਮਣੀ ਭੁਜਾ ਵੀ 7 ਹੀ ਹੈ। ਅਤੇ ਜੇਕਰ ਇਹਨੂੰ ਮੈਂ 3 ਮੰਨ ਲੈਣਾ ਹੈ ਅਤੇ ਇਸ ਦਾ ਮਤਲਬ ਇਹ ਵੀ ਭੁਜਾ 3 ਹੈ। ਅਤੇ ਇਹ ਇੱਕ ਆਇਤ ਹੈ। ਆਇਤ ਦੇ ਵਿੱਚ ਆਇਤ ਦਾ ਫਾਰਮੂਲਾ ਬੱਚੋ ਉਸੇ ਤਰ੍ਹਾਂ ਤੁਸੀਂ ਵੀ ਜਾਣਦੇ ਜੀ ਬੜੀ ਚੰਗੀ ਤਰ੍ਹਾਂ, ਕਿ ਆਇਤ ਦਾ ਘੇਰਾ ਕੱਢਣ ਲਈ ਉਹੀ ਫਾਰਮੂਲਾ ਹੈ ਕਿ ਇਸ ਦੀਆਂ ਚਾਰੇ ਭੁਜਾਵਾਂ ਦਾ ਜੋੜ ਕਰ ਦਿੱਤਾ ਜਾਏ। ਭਾਵ ਕਿ ਅਸੀਂ 7 ਜਮਾ ਇਹਦੇ ਲਈ 3 ਜਮਾ ਇਹ 7 ਫਿਰ ਜਮਾ 3, ਅਤੇ ਜਵਾਬ ਆ ਜਾਏਗਾ ਬੱਚੋ 7 3 10, 7 3 10, 10 ਅਤੇ 10 20। ਇਸ ਦਾ ਫਾਰਮੂਲਾ ਬਾਬੂ ਹੁੰਦਾ ਹੈ ਆਇਤ ਦਾ ਘੇਰਾ। ਇਸ ਨੂੰ ਅਸੀਂ ਇਸ ਤਰ੍ਹਾਂ ਬੱਚੋ ਦਰਸਾ ਸਕਦੇ ਹਾਂ। ਦੇਖੋ, ਇੱਕ ਨੂੰ ਲੰਬਾਈ ਅਤੇ ਚੌੜਾਈ, ਇਸ ਦੀਆਂ 2 ਹੀ ਲੰਬਾਈਆਂ ਨੇ, 2 ਹੀ ਚੌੜਾਈਆਂ ਨੇ, ਅਤੇ ਅਸੀਂ ਲਿਖਾਂਗੇ 2 ਗੁਣਾ ਲੰਬਾਈ ਜਮਾ ਚੌੜਾਈ। ਭਾਵ ਕਿ 2 ਗੁਣਾ ਲੰਬਾਈ ਇਸ ਦੀ ਹੈਗੀ ਹੈ, ਮੰਨ ਲਓ 7, ਅਤੇ ਚੌੜਾਈ ਹੈਗੀ 3 ਜਮਾ 3, ਅਤੇ ਇਹ ਆ ਗਿਆ 2 ਗੁਣਾ 7 3 ਹੋ ਗਏ 10 ਅਤੇ 20। ਦੇਖੋ, ਸੇਮ ਜਵਾਬ ਆ ਗਿਆ। ਇਸ ਤਰ੍ਹਾਂ ਬੱਚੋ ਅਸੀਂ ਕਿਸੇ ਵੀ ਚੀਜ਼ ਦਾ ਘੇਰਾ ਕੱਢ ਸਕਦੇ ਹਾਂ। ਪਰ ਦੂਸਰੇ ਪਾਸੇ ਮੈਂ ਤੁਹਾਨੂੰ ਦੱਸਿਆ ਸੀ ਵੀ ਮੈਂ ਤੁਹਾਨੂੰ ਖੇਤਰਫਲ ਦੇ ਵੀ ਕੁਝ ਸਵਾਲ ਪਾਏ ਸੀ ਬੱਚੋ। ਜੇਕਰ ਇਸੇ ਆਕ੍ਰਿਤੀ ਨੂੰ ਲੈ ਲਿਆ ਜਾਵੇ ਜਿਹੜੀ ਇੱਧਰ ਹੈ, ਅਤੇ ਇਹਦੇ ਵਿੱਚ ਅਸੀਂ ਵਰਗ ਦਾ ਖੇਤਰਫਲ ਪਤਾ ਕਰਨਾ। ਬੱਚੋ, ਵਰਗ ਦਾ ਖੇਤਰਫਲ ਪਤਾ ਕਰਾਂਗੇ। ਦੇਖੋ ਬੱਚੋ, ਜਿਵੇਂ ਕਿ ਤੁਸੀਂ ਇਸ ਦੇ ਪਹਿਲਾਂ ਪਰਿਮਾਪ ਪਤਾ ਕੀਤਾ ਹੈ, ਅਤੇ ਪਰਿਮਾਪ ਦੇ ਵਿੱਚ ਸਾਨੂੰ ਇੱਕ ਗੱਲ ਸਪਸ਼ਟ ਹੋ ਜਾਣੀ ਚਾਹੀਦੀ ਹੈ ਕਿ ਪਰਿਮਾਪ ਦਾ ਮਤਲਬ ਹੁੰਦਾ ਹੈ ਚਾਰੇ ਪਾਸੇ ਫਿਰਨਾ। ਮਤਲਬ ਜੇਕਰ ਮੈਂ ਇੱਥੋਂ ਤੁਰਨਾ ਸ਼ੁਰੂ ਕਰਦਾ ਅਤੇ ਇੱਥੋਂ ਤੁਰਦੇ ਅਤੇ ਇੱਧਰ ਤੁਰਦੇ, ਇੱਧਰ ਤੁਰਦੇ, ਉੱਧਰ ਤੁਰਦੇ, ਮੈਨੂੰ ਕਿੰਨਾ ਫਾਸਲਾ ਤੈਅ ਕਰਨਾ ਪੈਂਦਾ ਹੈ।
ਇਸ ਨੂੰ ਅਸੀਂ ਇਸ ਦਾ ਪਰਿਮਾਪ ਕਹਿੰਦੇ, ਇਸ ਦੇ ਆਲੇ ਦੁਆਲੇ ਚੱਕਰ ਨੂੰ। ਪਰ ਖੇਤਰਫਲ ਦੀ ਜਦੋਂ ਬੱਚੋ ਗੱਲ ਕਰਦੇ ਹਾਂ ਤਾਂ ਉਹਦੇ ਵਿੱਚ ਕੀ ਹੁੰਦਾ ਹੈ ਬੱਚੋ, ਉਹਦੇ ਵਿੱਚ ਹੁੰਦਾ ਹੈ ਕਿ ਉਹ ਆਕ੍ਰਿਤੀ ਦੇ ਵਿੱਚ ਕਿੰਨੇ ਬਰਾਬਰ ਡੱਬੇ ਬਣ ਸਕਦੇ। ਭਾਵ ਕਿ ਜੇਕਰ ਇਹ 4 ਹੈ ਤੇ ਬੱਚੋ ਇਹਦੇ ਵਿੱਚ ਪਹਿਲਾਂ ਅਸੀਂ ਇਹਦੇ 4 ਹਿੱਸੇ ਕਰ ਲੈਂਦੇ ਹਾਂ। 1 2 3 4। ਦੇਖੋ ਸ਼ਾਇਦ ਇਹ ਬਰਾਬਰ ਨਾ ਵੀ ਹੋਣ, ਪਰ ਤੁਸੀਂ ਦੇਖੋ 4 ਖਾਨੇ ਬਰਾਬਰ ਹੋਣੇ ਚਾਹੀਦੇ ਬਣ ਗਏ। ਇੱਧਰ ਵੀ 4 ਹੈ ਤੇ ਇਹਦਾ ਮਤਲਬ ਇਹਨੂੰ ਵੀ 4 ਹਿੱਸਿਆਂ 'ਚ ਵੰਡ ਦਈਏ। 1 2 3 ਤੇ 4। ਠੀਕ ਹੈ ਬੱਚੋ, ਇਹਦੇ ਅੰਦਰ ਬਰਾਬਰ ਖਾਨੇ ਬਣ ਗਏ, ਮਤਲਬ ਇੱਕ ਦੇਖੋ 1 ਸੈਂਟੀਮੀਟਰ ਤੇ 1 ਸੈਂਟੀਮੀਟਰ, 1 ਸੈਂਟੀਮੀਟਰ ਇੱਧਰ। ਇਹਦੇ ਨਾਲ ਕਿੰਨੀ ਇਹਦੇ ਵਿੱਚ ਖਾਨੇ 1 ਸੈਂਟੀਮੀਟਰ ਦੇ ਬਣ ਗਏ। ਅਸੀਂ ਉਹਨਾਂ ਨੂੰ ਗਿਣਾਂਗੇ ਤੇ ਸਾਡਾ ਖੇਤਰਫਲ ਵੀ ਨਿਕਲ ਆਏ। 1 2 3 4 5 6 7 8 9 10 11 12 13 14 15 16। ਬੱਚਿਓ 16 ਖਾਨੇ ਇਹਦੇ ਵਿੱਚ ਬਣ ਗਏ। ਇਹ ਇਸ ਦਾ ਖੇਤਰਫਲ ਹੋਵੇ। ਪਰ ਇਸ ਨੂੰ ਸਵਾਲਾਂ ਦੇ ਵਿੱਚ ਜਦੋਂ ਅਸੀਂ ਹੱਲ ਕਰਨ ਲੱਗਾਂਗੇ ਤੇ ਅਸੀਂ ਲਿਖਾਂਗੇ ਵਰਗ ਦਾ ਖੇਤਰਫਲ ਬਰਾਬਰ ਭੁਜਾ ਗੁਣਾ ਭੁਜਾ। ਜਿਵੇਂ ਤੁਸੀਂ ਜਾਣਦੇ ਕਿ ਵਰਗ ਦੀਆਂ ਸਾਰੀਆਂ ਭੁਜਾਵਾਂ ਬਰਾਬਰ ਹੁੰਦੀਆਂ ਨੇ, ਇਹਦਾ ਮਤਲਬ ਵਰਗ ਦੀ ਇੱਥੇ ਭੁਜਾ ਹੈਗੀ 4 ਤੇ ਦੂਸਰੀ ਵੀ 4 ਹੀ ਹੋਏਗੀ। 4 ਚੁੱਕੇ 16 ਤੇ ਇਸ ਨੂੰ ਅਸੀਂ ਦਰਸਾਉਂਦੇ ਹਾਂ 16 ਵਰਗ ਸੈਂਟੀਮੀਟਰ। ਇਸ ਦਾ ਬੱਚੋ ਜਵਾਬ ਆ ਗਿਆ। ਪਰ ਜਦੋਂ ਅਸੀਂ ਆਇਤ ਦੇ ਵਿੱਚ ਜਾਂਦੇ ਹਾਂ ਬੱਚੋ, ਆਇਤ ਦੇ ਵਿੱਚ ਵੀ ਉਸੇ ਤਰ੍ਹਾਂ ਹੀ ਬੱਚੋ ਕਰੀਦਾ ਹੈ ਕਿ ਆ ਜੇਕਰ 7 ਹੈ ਤੇ ਇਹਨੂੰ 7 ਬਰਾਬਰ ਹਿੱਸਿਆਂ 'ਚ ਵੰਡ ਦਿੱਤਾ ਜਾਵੇ। 1 2 3 4 5 6 ਤੇ 7। ਦੇਖੋ 1 2 3 4 5 6 ਤੇ 7 ਹਿੱਸਿਆਂ 'ਚ ਮੈਂ ਬਰਾਬਰ ਵੰਡ ਰਿਹਾ। ਸ਼ਾਇਦ ਹੋ ਸਕਦਾ ਕਿਉਂਕਿ ਮੈਂ ਸਕੇਲ ਨਾਲ ਨਹੀਂ ਕਰ ਰਿਹਾ ਤੇ ਸ਼ਾਇਦ ਥੋੜ੍ਹਾ ਜਿਹਾ ਵੱਧ ਘੱਟ ਹੋ ਜਾਵੇ, ਬਟ ਤੁਸੀਂ ਬਰਾਬਰ ਆ 3 ਨੇ ਤੇ ਇਹਨੂੰ ਇੱਧਰੋਂ 3 ਹਿੱਸਿਆਂ 'ਚ ਵੰਡਣਾ। 1 2 ਤੇ 3। ਹੁਣ ਬੱਚੋ ਅਸੀਂ ਇਹਦੇ ਅੰਦਰਲੇ ਡੱਬੇ ਦੇਖਾਂਗੇ ਕਿ ਕਿੰਨੇ ਇਹਦੇ ਵਿੱਚ ਬਰਾਬਰ ਡੱਬੇ ਬਣ ਗਏ। 1 2 3 4 5 6 7 8 9 10 11 12 13 14 15 16 17 18 19 20 ਤੇ 21। ਇਸ ਤਰ੍ਹਾਂ ਬੱਚੋ ਇਹਦੇ ਵਿੱਚ 21 ਖਾਨੇ ਬਣ ਗਏ ਤੇ ਇਹੀ ਇਹਦਾ ਖੇਤਰਫਲ ਹੈ ਬੱਚੋ। ਪਰ ਅਸੀਂ ਇਸ ਨੂੰ ਦਰਸਾਵਾਂਗੇ ਕਿਸ ਤਰ੍ਹਾਂ, ਕਿਉਂਕਿ ਇਹ ਆਇਤ ਹੈ ਤੇ ਅਸੀਂ ਲਿਖਾਂਗੇ ਆਇਤ ਦਾ ਖੇਤਰਫਲ ਬਰਾਬਰ ਲੰਬਾਈ ਗੁਣਾ ਚੌੜਾਈ। ਠੀਕ ਹੈ ਬੱਚੋ, ਅਸੀਂ ਇੱਥੇ ਲੰਬਾਈ ਹੈ 7, ਚੌੜਾਈ ਹੈ 3 ਤੇ ਅਸੀਂ ਇਸ ਨੂੰ ਕੀ ਕੀਤਾ, ਇਹਦਾ ਪੜ੍ਹ ਪੜ੍ਹਿਆ 7 ਤਿਆਂ 21 ਵਰਗ, ਕਿਉਂਕਿ ਇਹਦੇ ਵਿੱਚ ਵਰਗ ਬਰਾਬਰ ਬਣੇ ਨੇ ਇਸ ਕਰਕੇ ਅਸੀਂ ਲਿਖਦੇ 21 ਵਰਗ। ਇਹਦਾ ਜਵਾਬ ਆ ਗਿਆ। ਬੱਚੋ ਮੈਂ ਇੱਕ ਗੱਲ ਤੁਹਾਨੂੰ ਸਪਸ਼ਟ ਕਰਨੀ ਚਾਹੁੰਦਾ ਹੈ, ਘੇਰਾ ਅਤੇ ਖੇਤਰਫਲ ਦੇ ਵਿੱਚ ਬੱਚੇ ਬਹੁਤ ਜ਼ਿਆਦਾ ਮਿਕਸਅਪ ਹੋ ਜਾਂਦੇ ਨੇ, ਸਮਝ ਨਹੀਂ ਲੱਗਦਾ ਉਹਨਾਂ ਨੂੰ ਵੀ ਕੀ ਹੈ। ਪਰ ਜੇਕਰ ਇੱਕ ਵਾਰੀ ਤੁਸੀਂ ਸਮਝ ਲਓ ਤਾਂ ਤੁਹਾਨੂੰ ਬਹੁਤ ਆਸਾਨ ਹੋ ਜਾਏਗਾ। ਵਿਦਿਆਰਥੀਓ ਘੇਰਾ ਉਹ ਹੁੰਦਾ ਹੈ ਕਿ ਕਿਸੇ ਆਕ੍ਰਿਤੀ ਦੇ ਆਲੇ ਦੁਆਲੇ ਘੁੰਮਣਾ, ਇਹ ਆਕ੍ਰਿਤੀ ਦੇ ਆਲੇ ਦੁਆਲੇ ਦਾ। ਖੇਤਰਫਲ ਉਹਦੇ ਅੰਦਰ ਪ੍ਰਤੀ ਵਰਗ ਕਿੰਨੇ ਵਰਗ ਬਣ ਸਕਦੇ ਨੇ, ਉਸ ਨੂੰ ਉਸਦਾ ਖੇਤਰਫਲ, ਮਤਲਬ ਖੇਤਰਫਲ ਅੰਦਰੂਨੀ ਏਰੀਆ ਅਤੇ ਘੇਰਾ ਉਸਦਾ ਬਾਹਰੀ ਏਰੀਆ ਹੈ। ਇੰਨਾ ਧਿਆਨ ਜ਼ਰੂਰ ਰੱਖਿਓ। ਉਮੀਦ ਹੈ ਕਿ ਤੁਹਾਨੂੰ ਇਸ ਵੀਡੀਓ ਰਾਹੀਂ ਘੇਰਾ ਅਤੇ ਖੇਤਰਫਲ ਦੇ ਬਾਰੇ ਪਤਾ ਲੱਗ ਗਿਆ ਹੋਵੇਗਾ। ਨਹੀਂ ਪਤਾ ਲੱਗੇਗਾ, ਕੋਈ ਮੁਸ਼ਕਿਲ ਆਏਗੀ ਤਾਂ ਮੇਰੇ ਨਾਲ ਜ਼ਰੂਰ ਸੰਪਰਕ ਕਰੋ। ਬਹੁਤ ਬਹੁਤ ਧੰਨਵਾਦ ਬੱਚੋ।